ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਹੁਤ ਜਨਮ ਬਿਸਰੇ ਥੇ ਮਾਦੋ, ਇਹ ਜਨਮ ਤੁਮਾਰੇ ਲਿਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਖੋਲ ਕਪਟ ਹਰ ਮੇਲਿਆ, ਨਾਨਕ ਹਰ ਸੰਗ ਮੀਤ। ਭਈ ਪ੍ਰਾਪਤ ਮਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਚਵਰ ਛਤਰ ਤਖਤ ਦੇ ਮਾਲਿਕ, ਅੰਤਰਜਾਮੀ ਲੋਕ ਪਰਲੋਕ ਦੇ ਸਹਾਈ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਜੀ, ਕਰੋ ਕਿਰਪਾ ਲਵਾਓ ਹਾਜ਼ਰੀਆਂ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹੋ, ਤੰਤਾ ਦੇ ਜੋਗ ਹੋ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰੀ ਹੋਈ ਜਪ ਨਿਸ਼ਾਨ ਜਪਜੀ ਸਾਹਿਬ ਦੀ ਪਾਵਨ ਬਾਣੀ, ਜਿਸ ਦੀ 16ਵੀਂ ਪੌੜੀ ਦੀ ਵਿਚਾਰ ਅੱਜ ਤੀਜੇ ਦਿਨ ਗੁਰੂ ਚਰਨਾਂ ਵਿੱਚ ਜੁੜ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਜੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ 16ਵੀਂ ਪੌੜੀ ਵਿੱਚ ਜੋ ਆਰੰਭਤਾ ਕੀਤੀ ਹੈ, ਸਤਿਗੁਰੂ ਨੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ, ਕਿ ਜਿਹੜੇ ਸਤਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ, ਉਹਨਾਂ ਨੂੰ ਸੋਭਾ ਵਡਿਆਈ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਇਹ ਸਾਰੀ ਜੋ ਪਾਵਨ ਪੌੜੀ ਦੀ ਕੁਝ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਰਹਿੰਦੀ ਪੌੜੀ ਦੀ ਵਿਚਾਰ ਹੈ ਬਖਸ਼ਿਸ਼ ਕਰਦੇ ਹਨ। ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ। ਆਓ ਜੋ ਇਸ ਪਾਵਨ ਪੌੜੀ ਦੀ ਰਹਿੰਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਮਨ ਚਿਤ ਬਿਰਤੀਆਂ ਇਕਾਗਰ ਕਰਕੇ ਭਾਵਨਾ ਸਹਿਤ ਸਤਿਗੁਰ ਦੀ ਪਾਵਨ ਵਿਚਾਰ ਨੂੰ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਨੂੰ ਸਵਾਸਾਂ ਨੂੰ ਸਫਲਾ ਬਣਾਉਣਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਆ ਕਿ ਜਿਹੜਾ ਪ੍ਰਮਾਤਮਾ ਵਾਹਿਗੁਰੂ ਦਾ ਲੇਖਾ ਹੈ, ਕੋਈ ਵਿਰਲਾ ਮਨੁੱਖ ਹੀ ਇਹ ਲੇਖਾ ਲਿਖਣਾ ਜਾਣਦਾ ਹੈ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦੀ ਕੁਦਰਤ ਦਾ ਜਿਹੜਾ ਅੰਤ ਹੈ ਗੁਰੂ ਪਿਆਰਿਓ, ਉਹ ਕੋਈ ਵੀ ਪਾ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਆਉਂਦੇ ਨੇ, ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨ ਪਾਇਆ। ਵੱਡੇ ਵੱਡੇ ਦੇਵੀ ਦੇਵਤਿਆਂ ਨੇ, ਰਿਸ਼ੀਆਂ ਮੁਨੀਆਂ ਨੇ, ਜੋਗੀਆਂ ਨੇ ਉਸ ਪ੍ਰਮਾਤਮਾ ਵਾਹਿਗੁਰੂ ਦਾ ਅੰਤ ਪਾਉਣਾ ਚਾਹਿਆ, ਪਰ ਸਤਿਗੁਰੂ ਕਹਿੰਦੇ ਕੋਈ ਅੰਤ ਨਹੀਂ ਪਾ ਸਕਿਆ। ਸਤਿਗੁਰੂ ਕਹਿੰਦੇ ਇਹ ਤਿੰਨ ਰੂਪ ਪਰਮੇਸ਼ਰ ਦੇ ਨੇ। ਅਸੀਂ ਜਿਵੇਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ, ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਿਰਗੁਣ ਸਰੂਪ ਹੈ ਜਿਹੜਾ ਭਾਈ ਦਿਸਦਾ ਨਹੀਂ, ਇੱਕ ਸਰਗੁਣ ਹੈ ਜਿਹੜਾ ਦਿਸਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਤਿੰਨ ਸਰੂਪਾਂ ਵਿੱਚ ਪਰਮੇਸ਼ਰ ਵਾਹਿਗੁਰੂ ਸੰਸਾਰ ਵਿੱਚ ਵਰਤਦਾ ਹੈ। ਕਿ ਜਦੋਂ ਸੰਸਾਰ ਦੀ ਸਿਰਜਣਾ ਕੀਤੀ, ਮੈਂ ਬੇਨਤੀ ਕਰਾਂ ਜਿੱਥੋਂ ਆਰੰਭ ਕੀਤਾ ਅੱਜ ਇਹੋ ਲੇਖਾ ਪੜੋ ਸਾਰੇ, ਇਹੋ ਲੇਖਾ ਲਿਖ ਜਾਣੈ ਕੋਏ।
ਇਹ ਲੇਖਾ ਜਿਹੜਾ ਸਰੀਰਕ ਲੇਖਾ, ਕਰਮਾਂ ਦਾ ਜਿਹੜਾ ਲੇਖਾ ਹੈ, ਭਾਵ ਪਰਮੇਸ਼ਰ ਵਾਹਿਗੁਰੂ ਬੇਅੰਤ ਨੂੰ ਕੋਈ ਜਾਣ ਨਹੀਂ ਸਕਦਾ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸੰਸਾਰ ਦੀ ਉਤਪਤੀ ਪਰਮਾਤਮਾ ਵਾਹਿਗੁਰੂ ਵੱਲੋਂ ਕੀਤੀ, ਸਭ ਤੋਂ ਪਹਿਲਾਂ ਪਰਮਾਤਮਾ ਵਾਹਿਗੁਰੂ ਨੇ ਸੰਸਾਰ ਵਿੱਚ ਸ਼ਬਦ ਦੀ ਦਾਤ ਬਖਸ਼ੀ, ਭਾਵ ਸਾਰੇ ਸੰਸਾਰ ਨੂੰ, ਬ੍ਰਹਿਮੰਡ ਨੂੰ ਸ਼ਬਦ ਦੇ ਕਰਕੇ ਬਖਸ਼ਿਸ਼ ਕਰਨਾ ਕੀਤਾ, ਸਾਰੇ ਸੰਸਾਰ ਨੂੰ ਪੈਦਾ ਕੀਤਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਸੰਸਾਰ ਨੂੰ ਪੈਦਾ ਕਰਕੇ ਫਿਰ ਸਤਿਗੁਰੂ ਕਹਿੰਦੇ ਇਹਨੂੰ ਲਿਖਣ ਵਾਸਤੇ, ਇਹਦੇ ਕਰਮ ਲਿਖਣ ਵਾਸਤੇ ਸਭਨਾ ਲਿਖਿਆ ਲੇਖ ਮਾਰ। ਕਹਿੰਦੇ ਸਾਰਿਆਂ ਦੀ ਜਿਹੜੀ ਲੇਖਾ ਹੈ, ਭਾਵ ਸਾਰੇ ਕੀ ਕਰਦੇ ਨੇ, ਕਿਹੜੇ ਕਰਮ ਕਰਦੇ ਐ, ਫਿਰ ਧਰਮ ਰਾਜੇ ਕੋਲ ਕੀ ਜਾ ਕੇ ਪ੍ਰਾਪਤ ਹੁੰਦਾ ਹੈ, ਇਹ ਸਾਰਾ ਕੁਝ ਮਹਾਰਾਜ ਸਤਿਗੁਰ ਨੇ ਲਿਖ ਦਿੱਤਾ ਕਿ ਜੋ ਜੋ ਪ੍ਰਾਣੀ ਕਰਮ ਕਰੇਗਾ ਉਹ ਸਾਰੇ ਲਿਖੇ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਹੋ ਕਬੀਰੇ RAM ਕੀ ਅੰਸ। ਇਹ ਜਿਹੜਾ ਅਸੀਂ ਜੀਵ ਹਾਂ, 84 ਲੱਖ ਜੂਨ ਹੈ ਪਰਮੇਸ਼ਰ ਵਾਹਿਗੁਰੂ ਨੇ ਪੈਦਾ ਕੀਤੀ ਹੈ, ਇਹ ਸਾਰੀ ਪਰਮੇਸ਼ਰ ਦੀ ਅੰਸ਼ ਵਿੱਚੋਂ ਹੈ। ਉਹ ਕਿਵੇਂ ਗੁਰੂ ਪਿਆਰਿਓ? ਕਹਿੰਦੇ ਜਿਵੇਂ ਕੋਈ ਦੁਨਿਆਵੀ ਪਦਾਰਥ ਹੋਵੇ ਤੇ ਬਣਾਉਣ ਵਾਲਾ ਕਿੱਥੇ ਹੈ ਤੇ ਜਿਹੜਾ ਪਦਾਰਥ ਬਣਿਆ ਉਹ ਕਿੱਥੇ ਹੈ। ਜਿਵੇਂ ਮੰਨ ਲਈਏ ਕਿ ਕੋਈ ਗੱਡੀ ਬਣਦੀ ਹੈ ਤੇ ਗੱਡੀ ਦਾ ਮਾਲਕ ਕਿੱਥੇ ਹੁੰਦਾ ਤੇ ਗੱਡੀ ਕਿੱਥੇ ਜਾ ਕੇ ਚੱਲਦੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਪ੍ਰਮਾਤਮਾ ਦੀ ਅੰਸ਼ ਹੈ। ਜਿੱਥੇ ਵੀ ਪ੍ਰਮਾਤਮਾ ਨੇ ਇਹਨੂੰ ਪੈਦਾ ਕੀਤਾ, ਆਪਣੀ ਅੰਸ਼ ਵਿੱਚੋਂ ਪੈਦਾ ਕੀਤਾ, ਜਿੱਥੇ ਮਰਜ਼ੀ ਚਲਾ ਜਾਏ ਪ੍ਰਮਾਤਮਾ ਸਦਾ ਇਹਦੇ ਨਾਲ ਹੀ ਰਹਿੰਦਾ ਹੈ। ਇਹ ਵਡਿਆਈ ਹੈ ਪਰਮੇਸ਼ਰ ਵਿੱਚ। ਦੁਨੀਆ ਦੀ ਦੇਖੋ ਜਿੰਨੇ ਮਰਜ਼ੀ ਪਦਾਰਥ ਸੰਸਾਰ ਵਿੱਚ ਬਣਦੇ ਆ, ਗੱਡੀ ਬਣਦੀ ਹੈ, ਗੱਡੀ ਬਣਾਉਣ ਵਾਲਾ ਕਿੱਥੇ ਰਹਿ ਜਾਂਦਾ, ਗੱਡੀ ਕਿੱਥੇ ਜਾ ਕੇ ਚੱਲਦੀ ਹੈ। ਸਾਈਕਲ ਬਣਾਉਣ ਵਾਲਾ ਕਿੱਥੇ ਹੈ ਤੇ ਸਾਈਕਲ ਕਿੱਥੇ ਜਾ ਕੇ ਚੱਲਦੀ ਹੈ। ਪਰ ਪਰਮਾਤਮਾ ਵਿੱਚ ਇਹ ਵਡਿਆਈ ਹੈ ਕਿ ਜਿੱਥੇ ਜਿੱਥੇ 84 ਲੱਖ ਜੂਨ ਪੈਦਾ ਕੀਤੀ ਹੈ ਉਹ ਸਾਰਿਆਂ ਵਿੱਚ ਗੁਰੂ ਪਿਆਰਿਓ ਆਪ ਵਰਤਦਾ ਹੈ। ਪਰ ਜਦੋਂ ਪ੍ਰਮਾਤਮਾ ਨੇ ਲੇਖ ਲਿਖ ਦਿੱਤੇ, ਸਤਿਗੁਰ ਕਹਿੰਦੇ ਪਰ ਇਹ ਜਦੋਂ ਸੰਸਾਰਿਕ ਮਨੁੱਖਾ ਜਾਮਾ ਇਹਨੂੰ ਪ੍ਰਾਪਤ ਹੋਇਆ, ਪਰ ਸਾਰੇ ਕਰਮ ਲਿਖਣ ਲੱਗ ਪਿਆ, ਕਾਰੋਬਾਰ ਕਰਨ ਲੱਗ ਪਿਆ, ਪਰ ਇਹਨੇ ਇੱਕ ਲੇਖਾ ਨਹੀਂ ਲਿਖਿਆ। ਉਹ ਕਿਹੜਾ ਲੇਖਾ ਸੀ? ਬਾਣੀ ਵਿੱਚ ਜ਼ਿਕਰ ਆਉਂਦਾ, ਸਿਰ ਕੇ ਲੇਖ ਨਾ ਪੜੈ ਇਆਣਾ। ਅਸੀਂ ਸਾਰੇ ਦੇਖੋ ਕਰਮ ਕਰਦੇ ਆਂ, ਸਾਰੇ ਕਾਰੋਬਾਰ ਕਰਦੇ ਆਂ, ਹੋਰ ਬੜੇ ਅਸੀਂ ਲੇਖੇ ਲਿਖਦੇ ਆਂ, ਪਰ ਸਤਿਗੁਰੂ ਕਹਿੰਦੇ ਜਿੰਨਾ ਚਿਰ ਮਨੁੱਖ ਗੁਰੂ ਦੇ ਕੋਲ ਆ ਕਰਕੇ ਗੁਰੂ ਕੋਲੋਂ ਲੇਖਾ ਨਹੀਂ ਲਿਖਵਾਉਂਦਾ, ਫਿਰ ਇਹ ਜੰਮਣ ਮਰਨ ਵਿੱਚ ਲੱਗਿਆ ਰਹਿੰਦਾ। ਮੈਂ ਤਾਂ ਬੇਨਤੀ ਕਰਿਆ ਬਾਣੀ ਦਾ ਵਚਨ ਲੈ ਕਰਕੇ ਸਿਰ ਕੇ ਲੇਖ ਨਾ ਪੜ੍ਹੇ ਇਆਣ। ਹੁਣ ਮਨੁੱਖ ਆਪਣੇ ਬਾਰੇ ਤਾਂ ਕੋਈ ਜਾਣ ਹੀ ਨਹੀਂ ਸਕਦਾ ਨਾ ਗੁਰੂ ਪਿਆਰਿਓ। ਹੁਣ ਅਸੀਂ ਜੇ ਆਪਣੇ ਬਾਰੇ ਜਾਣੀਏ, ਮੈਂ ਬੇਨਤੀ ਕਰਾਂ ਜੇ ਅਸੀਂ ਆਪਣੇ ਬਾਰੇ ਜਾਣ ਜਾਈਏ, ਮੰਨ ਲਓ ਕਿ ਕੱਲ ਨੂੰ ਸਾਡੇ ਜੀਵਨ ਵਿੱਚ ਕੀ ਹੋਵੇਗਾ, ਮਹੀਨੇ ਬਾਅਦ ਸਾਡੇ ਜੀਵਨ ਵਿੱਚ ਕੀ ਹੋਵੇਗਾ, ਤੇ ਮਹਾਰਾਜ ਨੇ ਇਹ ਲੁਕਾਓ ਰੱਖਿਆ ਪਰਮੇਸ਼ਰ ਨੇ। ਸਤਿਗੁਰੂ ਕਹਿੰਦੇ ਪਰ ਇਹ ਲੇਖੇ ਨੂੰ ਲਿਖਣਾ ਜਾਣ ਸਕਦਾ। ਬਹੁਤ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਉਹ ਜਾਣ ਜਾਂਦੇ ਆ ਕੱਲ ਨੂੰ ਕੀ ਹੋਵੇਗਾ, ਸਾਡੇ ਜੀਵਨ ਵਿੱਚ ਅਗਲਾ ਪੜਾਅ ਕੀ ਹੈ, ਅਸੀਂ ਕਦੋਂ ਸੰਸਾਰ ਤੋਂ ਜਾਣਾ ਪਤਾ ਲੱਗ ਜਾਂਦਾ ਹੈ। ਪਰ ਜੇ ਆਮ ਮਨੁੱਖ ਨੂੰ ਕਿਤੇ ਪਤਾ ਲੱਗ ਜਾਇਆ ਕਰਦਾ ਕਿ ਮੇਰਾ ਪਰਸੋਂ ਨੂੰ ਘਾਟਾ ਬੜਾ ਵੱਡਾ ਹੋਣਾ ਹੈ ਜਾਂ ਹਫ਼ਤੇ ਬਾਅਦ ਮੈਂ ਚਲੇ ਜਾਣਾ, ਤਾਂ ਗੁਰੂ ਪਿਆਰੇ ਉਹਨੇ ਪਹਿਲੇ ਹੀ ਚਲੇ ਜਾਣਾ ਸੀ। ਮਤਲਬ ਇੰਨੀ ਚਿੰਤਾ ਵਿੱਚ ਮਹਾਰਾਜ ਕਹਿੰਦੇ ਇਹ ਲੇਖਾ ਜਿਹੜਾ ਹੈ, ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਗੁਰੂ ਕੋਲ ਆ ਕਰਕੇ ਕਲਮ ਦਵਾਤ ਗੁਰੂ ਨੂੰ ਦੇ ਦਿੰਦੇ ਆ, ਫਿਰ ਗੁਰੂ ਕੋਲੋਂ ਜੀਵਨ ਦਾ ਜਿਹੜਾ ਲੇਖਾ ਉਹ ਲਿਖਵਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਹ ਸਾਰੀ ਜਿਹੜੀ ਸੰਸਾਰ ਦੀ ਜਿਹੜੀ ਭਾਸ਼ਾ ਹੈ, ਮੈਂ ਬੇਨਤੀ ਕਰਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੇ ਦੇਸ਼ਾਂ ਵਿੱਚ ਗਏ। ਦੇਖੋ 4 ਮਹਾਰਾਜ ਨੇ ਉਦਾਸੀਆਂ ਕੀਤੀਆਂ। ਧੰਨ ਗੁਰੂ ਨਾਨਕ ਸਾਹਿਬ ਕਿੰਨੇ ਦੇਸ਼ਾਂ ਵਿੱਚ ਗਏ, ਕਿੰਨੇ ਲੋਕਾਂ ਕੋਲ ਗਏ, ਕਿੰਨੇ ਇਲਾਕਿਆਂ ਵਿੱਚ ਗਏ। ਪਰ ਗੁਰੂ ਪਿਆਰਿਓ ਜਿਵੇਂ ਤਮਿਲਨਾਡੂ ਸਤਿਗੁਰੂ ਗਏ, ਸ੍ਰੀਲੰਕਾ ਗਏ, ਸਤਿਗੁਰੂ ਅਸਾਮ ਗਏ, ਜਗਨਨਾਥਪੁਰੀ ਗਏ, ਸੁਮੇਰ ਪਰਬਤ ਤੇ ਗਏ। ਹੁਣ ਮਹਾਰਾਜ ਨੇ ਉੱਥੋਂ ਦੀ ਭਾਸ਼ਾ ਵਾਤੇ ਨਹੀਂ ਜਾਣਦੇ ਸੀ, ਇਹ ਕੇਵਲ ਗੁਰੂ ਜਾਣਦਾ ਹੈ। ਗੁਰੂ ਪਿਆਰਿਓ ਉਹ ਅੰਤਰਜਾਮੀ ਕਿਉਂ ਕਿਹਾ? ਕਿਉਂਕਿ ਉਹ ਸਾਰੇ 84 ਲੱਖ ਜੂਨਾਂ ਦੀ ਭਾਸ਼ਾ ਜਾਣਦਾ ਹੈ, ਮਨੁੱਖ ਨਹੀਂ ਜਾਣ ਸਕਦਾ। ਹੁਣ ਦਿੱਲੀ ਦੀ ਭਾਸ਼ਾ ਹੋਰ ਹੈ, ਜੇ ਤਮਿਲਨਾਡੂ ਜਾਈਏ ਉੱਥੋਂ ਦੀ ਭਾਸ਼ਾ ਹੋਰ ਹੈ, ਕੇਰਲ ਜਾਈਏ ਕੇਰਲ ਦੀ ਭਾਸ਼ਾ ਹੋਰ ਹੈ, ਅਸਾਮ ਜਾਈਏ ਅਸਾਮ ਦੀ ਭਾਸ਼ਾ ਹੋਰ ਹੈ। ਪਰਮਾਤਮਾ ਵਾਹਿਗੁਰੂ ਜਿਹੜੀ 84 ਲੱਖ ਜੂਨ ਪੈਦਾ ਕੀਤੀਆਂ, ਸਤਿਗੁਰੂ ਕਹਿੰਦੇ 84 ਲੱਖ ਜੂਨ ਦੀ ਭਾਸ਼ਾ 84 ਲੱਖ ਹੈ।
ਵੱਖੋ ਵੱਖਰੀ ਭਾਸ਼ਾਵਾਂ ਨੇ ਸਾਰੀਆਂ, ਪਰ ਬੰਦਾ 1 2 10 12 ਜਾਣ ਲੇਗਾ। ਪਰ ਪ੍ਰਮਾਤਮਾ ਵਾਹਿਗੁਰੂ ਐਸਾ ਹੈ, ਹਜੂਰ ਕਹਿੰਦੇ ਉਹ ਸਾਰੀਆਂ ਭਾਸ਼ਾਵਾਂ ਜਾਣਦਾ ਹੈ। ਹੁਣ ਜਿਵੇਂ ਗੁਰੂ ਨਾਨਕ ਸਾਹਿਬ ਤੇ ਲਈਏ, ਜਦੋਂ ਮਹਾਰਾਜ ਸ਼੍ਰੀਲੰਕਾ ਗਏ, ਜਦੋਂ ਮਹਾਰਾਜ ਅਸਾਮ ਗਏ, ਤਮਿਲਨਾਡੂ ਗਏ, ਕੇਰਲ ਗਏ, ਸੁਮੇਰ ਪਰਬਤ ਤੇ ਗਏ, ਜਿੱਥੇ ਮਹਾਰਾਜ ਜਾਂਦੇ ਸੀ ਉੱਥੋਂ ਦੀ ਭਾਸ਼ਾ ਸਮਝ ਜਾਂਦੇ ਸੀ। ਇਹ ਗੁਰੂ ਦੇ ਵਿੱਚ ਵਡਿਆਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਐਸੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਵੀ ਜਾਂਦੇ ਨੇ 84 ਲੱਖ ਜੂਨ ਜੋ 42 ਲੱਖ ਪਾਣੀ ਵਿੱਚ ਹੈ, 42 ਲੱਖ ਧਰਤੀ ਦੇ ਉੱਤੇ ਹੈ, ਸਾਰੀਆਂ ਦੀਆਂ ਕਾਮਨਾਵਾਂ, ਸਾਰੀਆਂ ਦੀਆਂ ਅਰਦਾਸਾਂ ਸਤਿਗੁਰੂ ਪ੍ਰਵਾਨ ਕਰ ਲੈਂਦੇ ਆ। ਆਪਾਂ ਪੜ੍ਹਦੇ ਆ ਨਾ ਸਤਿਗੁਰ ਦੇ ਚਰਨਾਂ ਵਿੱਚ, ਜਦੋਂ ਬੇਨਤੀ ਕਰਦੇ ਆ ਭਾਈ ਉਹ ਬਿਨਾਂ ਬੋਲਿਆਂ ਹੀ ਬਿਨ ਬੋਲੇ ਕੀਚੈ ਅਰਦਾਸ। ਅਸੀਂ ਪੜ੍ਹਦੇ ਆ ਨਾ ਬਿਨ ਬੋਲਿਆਂ ਸਭ ਕੁਛ ਜਾਣਦਾ। ਉਹ ਜਾਣਦਾ ਤਾਂ ਹੀ ਹੈ ਨਾ ਕਿ ਉਹ ਸਾਰਿਆਂ ਦੇ ਅੰਦਰ ਦੀ ਜਾਣਦਾ। ਉਹ ਪਰਮੇਸ਼ਰ ਵਾਹਿਗੁਰੂ ਸਾਰੀਆਂ ਬੋਲੀਆਂ ਜਾਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹੋ ਲੇਖਾ ਲਿਖ ਜਾਣੈ ਕੋਏ। ਇਹ ਬਹੁਤ ਵੱਡਾ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਲੇਖਾ ਹੈ, ਉਹ ਪਿਆਰਿਓ ਕੋਈ ਮਨੁੱਖ ਜਿਹੜਾ ਹੈ ਉਹ ਪਰਮੇਸ਼ਰ ਦੇ ਪਾਰਾਵਾਰ ਦਾ ਕੋਈ ਅੰਤ ਨਹੀਂ ਪਾ ਸਕਦਾ। ਕੇਵਲ ਪਰਮੇਸ਼ਰ ਵਾਹਿਗੁਰੂ ਹੈ ਜਿਹੜੀਆਂ ਸਾਰੀਆਂ ਭਾਸ਼ਾਵਾਂ ਜਾਣਦਾ ਹੈ। ਸਾਰੇ ਸੰਸਾਰ ਦੇ ਲੋਕਾਂ ਨੂੰ ਜਦੋਂ ਪੈਦਾ ਕੀਤਾ ਤੇ ਸਾਰਿਆਂ ਦਾ ਲੇਖਾ ਲਿਖਿਆ। ਸਤਿਗੁਰੂ ਕਹਿੰਦੇ ਸਾਰਿਆਂ ਦਾ ਜਨਮ ਕਦੋਂ ਹੋਵੇਗਾ, ਸਾਰੇ ਕਦੋਂ ਮਰਨਗੇ, ਕਿੰਨਾ ਕੁ ਰਿਜ਼ਕ ਪੈਦਾ ਹੋਵੇਗਾ, ਕਿੰਨੇ ਕੁ ਸੁੱਖ ਮਿਲਣਗੇ, ਇਹ ਸਤਿਗੁਰੂ ਕਹਿੰਦੇ ਸਾਰਾ ਕੁਝ ਮਹਾਰਾਜ ਨੇ ਲਿਖ ਕਰਕੇ ਮਨੁੱਖ ਨੂੰ ਸੰਸਾਰ ਵਿੱਚ ਭੇਜਿਆ। ਅੱਜ ਅਸੀਂ ਦੇਖੋ ਕਈ ਕੁਝ ਨਹੀਂ ਕਰਦੇ, ਪਰ ਉਹਨਾਂ ਕੋਲ ਅੱਤ ਦੀ ਮਾਇਆ, ਤੇ ਕਈ ਦਿਹਾੜੀਆਂ ਕਰਕੇ ਵੀ ਰੋਟੀ ਪੂਰੀ ਨਹੀਂ ਹੁੰਦੀ। ਸਤਿਗੁਰ ਕਹਿੰਦੇ ਸਾਰਾ ਜਿਹੜਾ ਲੇਖਾ ਹੈ, ਜਦੋਂ ਮਨੁੱਖ ਨੂੰ ਸਤਿਗੁਰ ਨੇ ਪੈਦਾ ਕੀਤਾ ਤੇ ਮਹਾਰਾਜ ਕਹਿੰਦੇ ਸਾਰਾ ਜਿਹੜਾ ਲੇਖਾ ਸੀ, ਕਿਵੇਂ ਜਨਮ ਹੋਵੇਗਾ, ਕਿਵੇਂ ਮਰਨ ਹੋਵੇਗਾ, ਕਿਵੇਂ ਇਹ ਰਿਜ਼ਕ ਪੈਦਾ ਕਰੇਗਾ, ਕਿਵੇਂ ਸਾਰਾ ਕੁਝ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹਨੂੰ ਇਹ ਨਾਮ ਵੀ ਬਖਸ਼ਿਆ। ਪਰ ਜਿੰਨਾ ਚਿਰ ਮਾਤਾ ਦੇ ਗਰਭ ਵਿੱਚ ਰਿਹਾ ਉਹਨਾਂ ਤੇ ਨਾਮ ਚੇਤੇ ਰਿਹਾ, ਪਰ ਜਦੋਂ ਸੰਸਾਰ ਵਿੱਚ ਆਇਆ ਮਹਾਰਾਜ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਭੁੱਲ ਗਿਆ। ਅਸੀਂ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਆ, ਸਾਰਾ ਮਹਾਰਾਜ ਨੇ ਬਖਸ਼ਿਸ਼ ਕੀਤਾ ਕਿ ਜਦੋਂ ਇਹ ਮਨੁੱਖ ਮਾਤਾ ਦੇ ਗਰਭ ਚੋਂ ਬਾਹਰ ਆਉਂਦਾ ਫਿਰ ਇਹਨੂੰ ਮਾਇਆ ਜਿਹੜੀ ਹੈ, ਵਿਕਾਰ ਜਿਹੜੇ ਨੇ ਪੋਹ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਮੇਰੀ ਕਿਸਮਤ ਵਿੱਚ ਕੀ ਹੈ। ਇੱਕ ਬਚਨ ਆਉਂਦਾ ਕਬੀਰ ਸਾਹਿਬ ਦਾ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਹੁਣ ਆਪਣੇ ਕਰਮਾਂ ਦੀ ਖੇਡ ਕੋਈ ਜਾਣ ਨਹੀਂ ਸਕਦਾ ਗੁਰੂ ਪਿਆਰਿਓ, ਪਰ ਜਿਹੜਾ ਸ਼ਬਦ ਨੂੰ ਕਮਾ ਲੈਂਦਾ ਹੈ। ਮੈਂ ਫਿਰ ਬੇਨਤੀ ਕਰਾਂ, ਪੰਜ ਪ੍ਰਵਾਨ ਦੀ ਅਵਸਥਾ ਜਿਹੜੀ ਹੈ, ਮਹਾਰਾਜ ਕਹਿੰਦੇ ਜਿਹੜੇ ਸ਼ਬਦ ਨੂੰ ਕਮਾ ਲੈਂਦੇ ਆ, ਜਿਹੜੇ ਸ਼ਬਦ ਵਿੱਚ ਅਭੇਦ ਹੋ ਜਾਂਦੇ ਆ, ਉਹ ਗੁਰੂ ਪਿਆਰਿਓ ਆਪਣੀ ਕਿਸਮਤ ਬਾਰੇ ਜਾਣ ਜਾਂਦੇ ਆ ਕਿ ਉਹਨਾਂ ਦੇ ਜੀਵਨ ਵਿੱਚ ਕੀ ਹੋਵੇਗਾ। ਅਗਾਂਹ ਦੀ ਜਿਹੜੀ ਦੇਖਣੀ ਹੈ, ਅਗਾਂਹ ਦਾ ਜਿਹੜਾ ਜੀਵਨ ਹੈ ਉਹ ਦੇਖ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਫਿਰ ਉਹ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹ ਕੇਵਲ ਦੁਨਿਆਵੀ ਪਦਾਰਥਾਂ ਨੂੰ ਪਿੱਛੇ ਛੱਡ ਕੇ ਉਹ ਨਾਮ ਨਾਲ ਜੁੜ ਜਾਂਦੇ ਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਮਰਦਾਨਾ ਜੀ 50 ਸਾਲ ਦੇ ਕਰੀਬ ਰਹੇ। ਧੰਨ ਭਾਈ ਮਰਦਾਨਾ ਜੀ ਨੇ ਪੁੱਛਿਆ, ਸੱਚੇ ਪਾਤਸ਼ਾਹ ਜੀ ਜਿਵੇਂ ਮਨੁੱਖ ਦੀ ਕਿਸਮਤ ਹੈ ਇਹ ਬਦਲੀ ਜਾ ਸਕਦੀ ਹੈ, ਮਨੁੱਖ ਦੇ ਜਿਹੜੇ ਕਰਮ ਨੇ ਇਹ ਬਦਲੇ ਜਾ ਸਕਦੇ ਨੇ, ਸੋ ਜਿਵੇਂ ਦੁੱਖ ਨੇ ਸੁੱਖ ਵਿੱਚ ਆ ਸਕਦੇ ਆ, ਮਹਾਰਾਜ ਇਹ ਸਾਰਾ ਕੁਝ ਹੋ ਸਕਦਾ ਹੈ। ਕਿਉਂਕਿ ਧਰਮ ਤੇ ਬੰਦਾ ਤਾਂ ਹੀ ਅਪਣਾਉਂਦਾ ਨਾ ਜੇ ਸੁੱਖ ਮਿਲੇ। ਜੇ ਕੋਈ ਮਨੁੱਖ ਡਾਕਟਰ ਕੋਲ ਜਾਏ ਤੇ ਗੁਰੂ ਪਿਆਰਿਓ ਠੀਕ ਹੀ ਨਾ ਹੋਏ ਤੇ ਫਿਰ ਫਾਇਦਾ ਕੀ। ਧਰਮ ਇਹ ਹੈ ਕਿ ਜੋ ਜੀਵਨ ਵਿੱਚ ਆ ਉਹਨੂੰ ਅਸੀਂ ਤਬਦੀਲ ਕਰ ਸਕਦੇ ਹਾਂ। ਜੋ ਤੂੰ ਕਰਮਾ ਕਰਕੇ ਕੀਤਾ ਹੋਇਆ, ਮਹਾਰਾਜ ਨੇ ਬਚਨ ਕੀਤਾ ਮਰਦਾਨਿਆ, ਜੇ ਕਿਸੇ ਦੀ ਕਿਸਮਤ ਮਾੜੀ ਹੈ, ਕਿਸਮਤ ਵਿੱਚ ਦੁੱਖ ਨੇ, ਉਹ ਬਦਲੇ ਜਾ ਸਕਦੇ ਆ। ਆਖੋ ਸਤਨਾਮ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਘੋਰ ਦੁਖਿਆਂ ਅਨਕ ਹਤਿਆਂ ਜਨਮ ਦਾਰਿਦ੍ਰੰ ਮਹਾ ਵਿਖਿਆਤ। ਇਹ ਗੁਰੂ ਅਰਜਨ ਸਾਹਿਬ ਦੀ ਪਾਵਨ ਪੰਕਤੀ ਹੈ। ਮਹਾਰਾਜ ਕਹਿੰਦੇ ਕਿਸੇ ਨੇ ਘੋਰ ਪਾਪ ਕੀਤੇ ਹੋਣ, ਮਹਾ ਹਤਿਆਂ ਕਿਸੇ ਨੇ ਅਨੇਕਾਂ ਹੱਤਿਆਵਾਂ ਕੀਤੀਆਂ ਹੋਣ, ਅੱਤ ਦੀ ਕੋਈ ਗਰੀਬੀ ਹੋਵੇ, ਸਤਿਗੁਰੂ ਕਹਿੰਦੇ ਨਾਨਕ ਜੈਸੇ ਪਾਵਕ ਕਾਸ਼ਟ ਪਸਮ ਕਰੋਤ। ਕੋਈ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਜਪੇ
ਤੇ ਸਾਰੇ ਦੁੱਖ ਸਾਰੇ ਦਲਿੱਦਰ ਨਾਸ ਹੋ ਜਾਂਦੇ ਐ। ਮਹਾਰਾਜ ਉਦਾਹਰਣ ਵੀ ਦਿੰਦੇ ਆ, ਜਿਵੇਂ ਲੱਖਣਾ ਟਨ ਲੱਕੜਾਂ ਜਿਹੜੀਆਂ ਇਕੱਠੀਆਂ ਕਰ ਦੋ ਤੇ ਉਹਨਾਂ ਨੂੰ ਇੱਕ ਚਿੰਗਾਰੀ ਕੇਵਲ ਗੁਰੂ ਪਿਆਰਿਓ ਸੁਆਹ ਕਰ ਦਿੰਦੀ ਹੈ। ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਨਾਮ ਹੈ ਜਿਹੜਾ ਭਾਈ ਮਨੁੱਖ ਦੀ ਕਿਸਮਤ ਨੂੰ ਦੁੱਖਾਂ ਨੂੰ ਬਦਲ ਸਕਦਾ ਹੈ। ਸਤਿਗੁਰੂ ਕਹਿੰਦੇ ਇਹ ਜਿਹੜਾ ਲੇਖਾ ਹੈ ਇਹ ਗੁਰੂ ਪਾਤਸ਼ਾਹ ਕਹਿੰਦੇ ਨੇ ਨਾਮ ਜਪਿਆ ਸਤਿਗੁਰੂ ਦੀ ਸੇਵਾ ਕੀਤਿਆਂ ਭਾਈ ਬਦਲਿਆ ਜਾ ਸਕਦਾ। ਦੋ ਮਨੁੱਖ ਗੁਰੂ ਨਾਨਕ ਸਾਹਿਬ ਕੋਲ ਆਏ। ਆ ਤੁਸੀਂ ਆਏ ਹੋ ਨਾ, ਸੰਗਤ ਕਰਨ ਦਾ ਮਹੱਤਵ ਦੇਖਿਓ ਕਿੰਨਾ ਕੁ ਵੱਡਾ ਹੈ। ਦੋ ਮਨੁੱਖ ਗੁਰੂ ਨਾਨਕ ਸਾਹਿਬ ਕੋਲ ਆਏ, ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਨ ਦੇ ਵਿੱਚ ਭਰਮ ਬਹੁਤ ਵੱਡਾ ਪੈ ਗਿਆ। ਕਹਿੰਦੇ ਹਾਂ ਦੱਸੋ। ਕਹਿੰਦੇ ਮਹਾਰਾਜ ਮੈਂ ਰੋਜ਼ ਸਾਧ ਸੰਗਤ ਕਰਦਾ, ਜਿੱਥੇ ਮੇਰਾ ਘਰ ਹੈ ਉੱਥੋਂ ਕੁਝ ਕੁ ਦੂਰੀ ਤੇ ਧਰਮਸ਼ਾਲਾ ਬਣੀ ਹੋਈ ਹੈ। ਮੈਂ ਰੋਜ਼ ਜਾ ਕੇ ਪ੍ਰਮਾਤਮਾ ਦਾ ਨਾਮ ਜਪਦਾ, ਰੋਜ਼ ਚੰਗੇ ਕਰਮ ਕਰਦਾ, ਚੰਗਾ ਗਿਆਨ ਦੀਆਂ ਬਾਤਾਂ ਸੁਣਦਾ। ਪਰ ਇੱਕ ਦਿਨ ਮਹਾਰਾਜ ਮੇਰਾ ਦੋਸਤ ਹੈ, ਉਹਦਾ ਰਸਤੇ ਵਿੱਚ ਘਰ ਸੀ ਤੇ ਮੈਂ ਉਹਨੂੰ ਕਿਹਾ ਵੀ ਚੱਲ ਗੁਰਦੁਆਰੇ ਸਾਹਿਬ ਚੱਲੀ ਜਾਂ ਚੱਲ ਧਰਮ ਦੇ ਮਾਰਗ ਤੇ ਜਾ ਕੇ ਧਰਮਸ਼ਾਲਾ ਵਿੱਚ ਪ੍ਰਮਾਤਮਾ ਦੇ ਗੁਣ ਗਾਈਏ। ਕਹਿੰਦੇ ਉਹ ਮੈਂ ਬੜਾ ਉਹਨੂੰ ਫੋਰਸ ਕੀਤਾ ਤੇ ਮੇਰੇ ਨਾਲ ਤੁਰ ਪਿਆ। ਕਹਿੰਦੇ ਅਸੀਂ ਜਦੋਂ ਧਰਮਸ਼ਾਲਾ ਦੇ ਨੇੜੇ ਗਏ, ਮੈਂ ਤੇ ਅੰਦਰ ਜਾ ਕੇ ਭਗਤੀ ਕੀਤੀ, ਗਿਆਨ ਦੀਆਂ ਬਾਤਾਂ ਸੁਣੀਆਂ, ਇਹ ਅੰਦਰ ਨਾ ਗਿਆ। ਕਹਿੰਦੇ ਨੇ ਥੋੜਾ ਸਮਾਂ ਬਾਹਰ ਖਲੋ ਕੇ ਹੀ ਆ ਗਿਆ ਤੇ ਵਾਪਸ ਮੁੜ ਆਇਆ। ਕਹਿੰਦੇ ਇਹਨੂੰ ਮੁੜਨ ਲੱਗਿਆ ਇੱਕ ਧਰਤੀ ਵਿੱਚ ਕਹਿੰਦੇ ਨੇ ਇੱਕ ਟੋਏ ਦੇ ਵਿੱਚ ਇਹਨੂੰ ਕਹਿੰਦੇ ਬਹੁਤ ਮਾਇਆ ਜਿਹੜੀ ਉਹ ਪ੍ਰਾਪਤ ਹੋ ਗਈ। ਕਹਿੰਦੇ ਜਦੋਂ ਇਹਨੂੰ ਇੱਕ ਜਿਵੇਂ ਕਹਦੇ ਇੱਕ ਭਾਂਡੇ ਵਿੱਚ ਬਹੁਤ ਸਾਰੇ ਹੀਰੇ ਸਨ, ਕਹਿੰਦੇ ਨੇ ਇਹਨੂੰ ਪ੍ਰਾਪਤ ਹੋ ਗਏ। ਪਰ ਮਹਾਰਾਜ ਜਦੋਂ ਮੈਂ ਸਤ ਸੰਗਤ ਕਰਕੇ ਆਇਆ ਤੇ ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ। ਆਖੋ ਸਤਨਾਮ। ਹੁੰਦਾ ਨਾ ਜਦੋਂ ਅਸੀਂ ਧਰਮ ਦੇ ਮਾਰਗ ਤੇ ਚੱਲੀਏ ਨੀਂਦ ਬੜੀ ਆਵੇਗੀ, ਕੋਈ ਨਾ ਕੋਈ ਕੰਮ ਪੈ ਜਾਏਗਾ, ਹੁੰਦਾ ਸਾਡੇ ਨਾਲ। ਉਹ ਦੋਨੇ ਮਨੁੱਖ ਮਹਾਰਾਜ ਦੇ ਕੋਲ ਆ ਗਏ। ਭਾਈ ਮਰਦਾਨਾ ਜੀ ਵੀ ਨਾਲ ਹੀ ਨੇ। ਸੱਚੇ ਪਾਤਸ਼ਾਹ ਮੈਂ ਸਤ ਸੰਗਤ ਕਰਦਾ, ਮੇਰੇ ਕਿਉਂਕਿ ਲੰਗੜਾ ਕੇ ਤੁਰ ਕੇ ਆਇਆ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਆਇਆ। ਮਹਾਰਾਜ ਇਹ ਬਹੁਤ ਵੱਡਾ ਭਰਮ ਪਿਆ ਮੇਰੇ ਮਨ ਵਿੱਚ ਅੱਜ। ਇਹਨੇ ਮਹਾਰਾਜ ਸਤ ਸੰਗਤ ਵੀ ਨਹੀਂ ਕਰਦਾ। ਇਹਨੂੰ ਸੱਚੇ ਪਾਤਸ਼ਾਹ ਜੀ ਰਸਤੇ ਦੇ ਵਿੱਚ ਇੱਕ ਭਾਂਡੇ ਵਿੱਚ ਮਾਇਆ ਮਿਲ ਗਈ ਤੇ ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ, ਜਿਹੜਾ ਅੱਜ ਤੱਕ ਮੈਂ ਲੰਗੜਾ ਕੇ ਤੁਰਦਾ ਪਿਆ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਐ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿੰਨੇ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਉਚਾਰੀ, ਭਗਤਾਂ ਨੇ ਉਚਾਰੀ, ਸਾਰੇ ਵਹਿਮਾਂ ਭਰਮਾਂ ਦਾ ਖੰਡਨ ਕਰਦੀ ਹੈ, ਨਾਸ਼ ਕਰਦੀ ਹੈ। ਮਹਾਰਾਜ ਬਚਨ ਕਰਦੇ ਆ। ਹੁਣ ਤੁਹਾਡੇ ਜੀਵਨ ਬਾਰੇ ਦੱਸਦੇ ਆ। ਸਤਿਗੁਰ ਕਹਿੰਦੇ ਜਿਹੜਾ ਮਨੁੱਖ ਨੂੰ ਮਾਇਆ ਮਿਲੀ ਹੈ ਉਹਨੂੰ ਅੱਗੇ ਕੀਤਾ, ਅੱਗੇ ਕਰੋ। ਮਹਾਰਾਜ ਕਹਿੰਦੇ ਹਾਂ ਦੱਸੋ। ਕਹਿੰਦੇ ਜਿਹੜੀ ਮਾਇਆ ਤੈਨੂੰ ਮਿਲੀ ਹੈ ਉਹ ਕਿੱਡਾ ਕੁ ਵੱਡਾ ਭਾਂਡਾ ਸੀ। ਸੱਚੇ ਪਾਤਸ਼ਾਹ ਬੜਾ ਵੱਡਾ ਸੀ। ਕਹਿੰਦੇ ਉਹਦੇ ਵਿੱਚ ਕੀ ਸੀ? ਕਹਿੰਦੇ ਮਹਾਰਾਜ ਸਾਰੇ ਭਾਂਡੇ ਵਿੱਚ ਕਾਲਕ ਭਰੀ ਹੋਈ ਸੀ ਔਰ ਇੱਕ ਉਹਦੇ ਵਿੱਚ ਮੋਹਰ ਸੀ ਬਸ। ਕਹਿੰਦੇ ਹੋਰ ਕੁਝ? ਕਹਿੰਦੇ ਹੋਰ ਕੁਝ ਨਹੀਂ ਸੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਨੂੰ ਮਾਇਆ ਮਿਲੀ ਹੈ ਨਾ, ਇਹਦੇ ਪਿਛਲੇ ਕਰਮ ਬੜੇ ਚੰਗੇ ਸੀ। ਪਿਛਲੇ ਕਰਮਾਂ ਵਿੱਚ ਇਹਨੇ ਬਹੁਤ ਸੰਗਤ ਕੀਤੀ ਸੀ, ਪਰ ਇਸ ਜਨਮ ਵਿੱਚ ਚੰਗੇ ਕਰਮਾਂ ਕਰਕੇ ਇਹਨੂੰ ਸੁੱਖ ਮਿਲਿਆ। ਪਰ ਉਹ ਚੰਗੇ ਕਰਮਾਂ ਕਰਕੇ ਹੁਣ ਇਹ ਮਾੜੇ ਕਰਮ ਕਰਨ ਲੱਗ ਪਿਆ। ਕਹਿੰਦੇ ਉੱਥੋਂ ਸਤ ਸੰਗਤ ਵਿੱਚ ਬੈਠਿਆ ਨਾ, ਪਰ ਕਹਿੰਦੇ ਉਸ ਤੋਂ ਬਾਅਦ ਮਾਇਆ ਮਿਲੀ, ਮਾਇਆ ਮਿਲ ਕੇ ਵੇਸਵਾ ਦੇ ਘਰ ਚਲਾ ਗਿਆ। ਕਹਿੰਦੇ ਪਰ ਇਹ ਜਿਹੜੀ ਮੋਹਰ ਬਚੀ ਹੈ ਨਾ, ਇਹ ਤਾਂ ਬਚ ਗਈ ਤੂੰ ਗੁਰਦੁਆਰੇ ਸਾਹਿਬ ਤੱਕ ਪਹੁੰਚ ਗਿਆ। ਬਹੁਤ ਵੱਡੀ ਗੁਰੂ ਪਿਆਰੋ, ਐਵੇਂ ਨਾ ਸਮਝਣਾ ਸੰਗਤ ਵਿੱਚ ਬੈਠੇ ਆ। ਬਾਬਾ ਨਾਨਕ ਸਿੰਘ ਬਚਨ ਕਰਦੇ ਆ, ਜਿਹਦੇ ਬਹੁਤ ਵੱਡੇ ਭਾਗ ਜਾਗਣ ਨਾ, ਉਹ ਉਹਦੇ ਮਨ ਵਿੱਚ ਕਿਤੇ ਫੁਰਨਾ ਜਾਗਦਾ, ਕੱਲ ਮੈਂ ਗੁਰਦੁਆਰੇ ਜਾਵਾਂਗਾ, ਕੱਲ ਮੈਂ ਗੁਰਦੁਆਰੇ ਜਾਵਾਂਗਾ। ਉਸ ਤੋਂ ਵੀ ਵੱਡੇ ਭਾਗ ਜਾਗਦੇ ਨੇ ਜਦੋਂ ਬੰਦਾ ਉਸ ਦਿਨ ਮਨ ਕਰਦਾ ਅੱਜ ਗੁਰਦੁਆਰੇ ਚਲੀਏ, ਅੱਜ ਮੱਥਾ ਟੇਕੀਏ ਸਤਿਗੁਰੂ ਨੂੰ। ਉਸ ਤੋਂ ਵੀ ਵੱਡੇ ਭਾਗ ਮਹਾਰਾਜ ਕਹਿੰਦੇ ਆ ਕਿ ਜਿਹੜਾ ਮਨੁੱਖ ਗੁਰਦੁਆਰੇ ਆ ਜਾਂਦਾ, ਉਸ ਤੋਂ ਵੀ ਵੱਡੇ ਭਾਗ ਨੇ। ਉਸ ਤੋਂ ਵੱਡੇ ਭਾਗ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਆ ਬਚਨ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਵਾਂਗਾ ਤਾਂ ਕਿ ਤੁਹਾਡੀ ਸਮਝ ਵਿੱਚ ਸੌਖਾ ਆ ਜਾਏ। ਬਾਬਾ ਨਾਨਕ ਸਿੰਘ ਜੀ ਦਾ ਵੀ ਬਚਨ ਹੈ। ਕਹਿੰਦੇ ਇਸ ਦੁਨੀਆ ਦੇ ਸਭ ਤੋਂ ਵੱਡੇ ਭਾਗ ਉਸ ਮਨੁੱਖ ਦੇ ਨੇ ਜਿਹੜਾ ਗੁਰੂ ਚਰਨਾਂ ਵਿੱਚ ਆ ਕੇ ਗੁਰੂ ਦੀ ਵਡਿਆਈ ਸਰਵਣ ਕਰਦਾ ਹੈ। ਹੁਣ ਬਚਨ ਮੈਂ ਬਾਣੀ ਦਾ ਸੁਣਾਦਾ। ਮਹਾਰਾਜ ਕਹਿੰਦੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ। ਮਹਾਰਾਜ ਕਹਿੰਦੇ ਇਹ ਬਹੁਤ ਇਹਦੇ ਚੰਗੇ ਕਰਮ ਸੀ।
ਬੜੀ ਇਹਦੇ ਕੋਲ ਸੁੱਖ ਸੀ, ਪਰ ਇਹਨੇ ਸਾਰੇ ਜੀਵਨ ਵਿੱਚ ਮਾੜੇ ਕਰਮ ਕੀਤੇ, ਵੇਸਵਾ ਕੋਲ ਜਾਣਾ। ਇਹ ਜਿਹੜੀ ਭਾਂਡਾ ਸੀ ਇਹ ਸਾਰਾ ਮੋਹਰਾਂ ਨਾਲ ਭਰਿਆ ਸੀ, ਪਰ ਇਹਨੇ ਇਸ ਕਰਮ ਜਨਮ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ। ਜਿਵੇਂ ਜਿਵੇਂ ਮਾੜੇ ਕਰਮ ਕਰਦਾ ਗਿਆ ਉਹ ਮੋਹਰ ਜਿਹੜੀ ਹੈ ਰਾਖ ਬਣਦੀ ਗਈ। ਅਖੀਰਲਾ ਕਰਮ ਕੇਵਲ ਧਰਮਸ਼ਾਲਾ ਤੱਕ ਗਿਆ। ਕਹਿੰਦੇ ਮਨੁੱਖਾ ਤਾਂ ਉਹ ਮੋਹਰ ਬਚ ਗਈ, ਹੁਣ ਇਹਨੂੰ ਘਰ ਲੈ ਜਾ, ਇਹਦੇ ਨਾਲ ਕਾਰੋਬਾਰ ਕਰ, ਤੈਨੂੰ ਤਰੱਕੀ ਮਿਲੇਗੀ। ਆਖੋ ਸਤਨਾਮ। ਬਹੁਤ ਵੱਡੇ ਭਾਗ ਨੇ ਗੁਰੂ ਪਿਆਰਿਓ। ਮਹਾਰਾਜ ਕਹਿੰਦੇ ਹੁਣ ਤੇਰੀ ਗੱਲ ਦੱਸਦੇ ਆ। ਕਹਿੰਦੇ ਮਹਾਰਾਜ ਇਹ ਮੈਂ ਲੰਗੜਾ ਕਰਕੇ ਤਾਂ ਹੀ ਤੁਰਦਾ ਪਿਆ, ਕੰਡਾ ਵੱਜਿਆ ਮਹਾਰਾਜ, ਬੜਾ ਦੁੱਖ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਕਰਮ ਬੜੇ ਚੰਗੇ ਆ, ਪਿਛਲੇ ਵੀ ਚੰਗੇ ਸੀ, ਹੁਣ ਵੀ ਚੰਗੇ ਆ, ਬਸ ਇੱਕੋ ਹੀ ਕਰਮਾਂ ਵਿੱਚ ਦੁੱਖ ਸੀ, ਅੱਜ ਦੇ ਦਿਨ ਤੂੰ ਸੂਲੀ ਚੜਨਾ ਸੀ। ਆਖੋ ਸਤਨਾਮ। ਅੱਜ ਦੇ ਦਿਨ ਗੁਰੂ ਕੇ ਸਿੱਖਾ ਪਿਆਰਿਆ ਤੂੰ ਸੂਲੀ ਚੜਨਾ ਸੀ। ਸਾਧ ਸੰਗਤ ਦੀ ਐਸੀ ਬਖਸ਼ਿਸ਼ ਹੋ ਗਈ, ਤੂੰ ਨਾਮ ਜਪਿਆ, ਨਾਮ ਸੁਣਿਆ, ਕਹਿੰਦੇ ਉਸ ਨਾਮ ਦੇ ਸਦਕੇ ਸੂਲ ਤੋਂ ਸੂਈ ਬਣ ਗਈ, ਕੰਡਾ ਬਣ ਗਿਆ। ਕਹਿੰਦੇ ਇਸ ਕਰਕੇ ਕੰਡਾ ਚੁਬਣਾ ਸੀ, ਇੰਨਾ ਕੁ ਦੁੱਖ ਤੈਨੂੰ ਹੋਣਾ ਸੀ, ਉਹ ਮਹਾਰਾਜ ਨੇ ਤੇਰਾ ਇਹ ਕਾਰਜ ਪੂਰਾ ਕਰ ਦਿੱਤਾ। ਹੁਣ ਤੇਰੇ ਆਉਣ ਵਾਲੇ ਜੀਵਨ ਵਿੱਚ ਸੁੱਖ ਹੀ ਸੁੱਖ ਹੈ। ਇਹ ਸੰਗਤ ਦੀ ਵਡਿਆਈ ਹੈ ਗੁਰੂ ਪਿਆਰਿਓ। ਅੱਜ ਅਸੀਂ ਸੰਗਤ ਕਰਦੇ ਹਾਂ, ਅੱਜ ਭਾਵੇਂ ਨਾ ਪਤਾ ਚੱਲੇ, ਮਹੀਨਾ 2 ਮਹੀਨੇ 6 ਮਹੀਨੇ ਨਾ ਪਤਾ ਚੱਲੇ ਅਗਲਾ ਜੀਵਨ ਕਿਦਾਂ ਦਾ, ਪਰ ਮੈਂ ਕਹਿੰਦਾ ਇੱਕ ਇੱਕ ਘੜੀ, ਇੱਕ ਇੱਕ ਪਲ ਜਿਹੜੇ ਮਨ ਕਰਕੇ ਬੈਠ ਜਾਂਦੇ ਆ ਸਤਿਗੁਰੂ ਦੀ ਵਡਿਆਈ ਵਿੱਚ। ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ, ਉਹਨਾਂ ਦੀ ਜਿਹੜੀ ਮਹਿਮਾ ਕੋਈ ਬਿਆਨ ਨਹੀਂ ਕਰ ਸਕਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਖਸ਼ਿਸ਼ਾਂ ਕਰਕੇ ਦੋਨਾਂ ਨੂੰ ਤਾਰ ਦਿੱਤਾ। ਜਿਹੜੀ ਇੱਕ ਮੋਹਰ ਬਚੀ ਸੀ, ਕਹਿੰਦੇ ਹੁਣ ਇਹਨੂੰ ਘਰ ਲੈ ਜਾ, ਸਾਡਾ ਵਚਨ ਹੈ, ਕਾਰੋਬਾਰ ਕਰੀ, ਤਰੱਕੀ ਮਿਲੇਗੀ। ਦੂਜੇ ਨੂੰ ਵੀ ਸਤਿਗੁਰ ਨੇ ਤਾਰ ਦਿੱਤਾ। ਪਿਆਰਿਓ ਸਤਿਗੁਰ ਕਹਿੰਦੇ ਜਿਹੜਾ ਪਰਮੇਸ਼ਰ ਦਾ ਲੇਖਾ ਹੈ ਨਾ, ਇਹ ਕਿੱਡਾ ਕੁ ਵੱਡਾ ਹੈ, ਇਹਦੇ ਬਾਰੇ ਕੋਈ ਸਤਿਗੁਰ ਕਹਿੰਦੇ ਦੱਸ ਨਹੀਂ ਸਕਦਾ। ਲੇਖਾ ਲਿਖਿਆ ਕੀਤਾ ਹੋਏ, ਇਹ ਲੇਖਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿੱਡਾ ਕੁ ਵੱਡਾ ਹੈ, ਕਿਉਂਕਿ ਅਸੀਂ ਤੇ ਕੇਵਲ ਇੱਕ ਧਰਤੀ ਬਾਰੇ ਜਾਣਦੇ ਹਾਂ ਨਾ, ਉਹ ਵੀ ਪੂਰੀ ਨਹੀਂ ਜਾਣਦੇ। ਜਾਂ ਆਪਣੇ ਦਿੱਲੀ ਸ਼ਹਿਰ ਦੀ ਗੱਲ ਸਮਝ ਲਓ, ਮਹਾਰਾਜ ਕਹਿੰਦੇ ਸਾਰੇ ਬ੍ਰਹਿਮੰਡ ਇੱਕ ਧਰਤੀ ਹੈ। ਮਹਾਰਾਜ ਕਹਿੰਦੇ ਪਰ ਇਸ ਤਰ੍ਹਾਂ ਦੇ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਗਾਸ ਨੇ, ਕੋਈ ਮਹਿਮਾ ਨਹੀਂ ਸਤਿਗੁਰ ਦੀ, ਕੋਈ ਬੇਅੰਤ। ਸਤਿਗੁਰ ਕਹਿੰਦੇ ਕੋਈ ਪਾਰਾਵਾਰ ਨਹੀਂ। ਅਗਲਾ ਬਚਨ ਕਰਦੇ ਕੀਤੀ ਦਾਤ ਜਾਣੈ ਕੌਣ ਕੂਤ। ਬੇਅੰਤ ਉਸ ਦੀ ਦਾਤ ਹੈ ਤੇ ਕੌਣ ਅੰਦਾਜ਼ਾ ਲਗਾ ਸਕਦਾ ਉਸ ਦੀ ਮਹਿਮਾ ਦਾ। ਕੀਤਾ ਪਸਾਓ ਏਕੋ ਕਵਾਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਬ੍ਰਹਿਮੰਡ ਨੂੰ ਪਰਮੇਸ਼ਰ ਵਾਹਿਗੁਰੂ ਨੇ ਸਿਰਜਣਾ ਕੀਤਾ, ਬਣਾਣਾ ਕੀਤਾ, ਜਿਸ ਤੇ ਹੋਏ ਲੱਖ ਦਰਿਆਓ। ਉਹਦੇ ਹੁਕਮ ਵਿੱਚ ਹੀ ਲੱਖਾਂ ਦਰਿਆ ਜਿਹੜੇ ਨੇ ਵਗਦੇ ਨੇ। ਹੁਣ ਕਈ ਨਾਸਤਿਕ ਬੰਦੇ ਕਹਿੰਦੇ ਪ੍ਰਮਾਤਮਾ ਹੈ ਹੀ ਨਹੀਂ। ਇਹ ਸਭ ਕੁਝ ਜਿਵੇਂ ਆਸਾ ਜੀ ਕੀ ਵਾਰ ਦਾ ਬਚਨ ਹੁੰਦਾ, ਪੈ ਵਿੱਚ ਪਵਨ ਵਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ। ਸਾਰਾ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਅਖੀਰਲੀ ਇਸ ਪੌੜੀ ਵਿੱਚ ਮਹਾਰਾਜ ਕਿਰਪਾ ਕਰਦੇ ਆ। ਆਓ ਪਹਿਲਾਂ ਨਾ ਪੰਕਤੀਆਂ ਨੂੰ ਇੱਕ ਵਾਰੀ ਮਨ ਕਰਕੇ ਹਾਜ਼ਰੀਆਂ ਲਵਾ ਲਈਏ, ਉੱਚੀ ਆਵਾਜ਼ ਵਿੱਚ ਕਰਿਓ ਕਿਰਪਾ। ਵਾਰਿਆ ਨਾ ਜਾਵਾ ਇੱਕ ਵਾਰ, ਵਾਰਿਆ ਨਾ ਜਾਵਾ ਇੱਕ ਵਾਰ, ਵਾਹ ਵਾਹ। ਵਾਰਿਆ ਨਾ ਜਾਵਾ ਇੱਕ ਵਾਰ, ਵਾਰਿਆ ਨਾ ਜਾਵਾ ਇੱਕ ਵਾਰ। ਸਤਿਗੁਰੂ ਕਹਿੰਦੇ ਹੈ ਅਕਾਲ ਪੁਰਖ ਅਦਵੈਤ ਸਰੂਪ ਪਰਮੇਸ਼ਰ ਵਾਹਿਗੁਰੂ, ਮੈਂ ਤਾਂ ਤੇਰੇ ਉੱਤੇ ਇੱਕ ਵਾਰੀ ਵੀ ਸਦਕੇ ਹੋਣ ਜੋਗਾ ਨਹੀਂ, ਕਿਉਂਕਿ ਉਹਦੀ ਮਹਿਮਾ ਬੇਅੰਤ ਹੈ। ਮੇਰੀ ਹਸਤੀ ਤੇਰੇ ਸਾਹਮਣੇ ਤੁਛ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਛੋਟੀ ਜੀ ਅੰਸ਼ ਵਿੱਚੋਂ ਹੀ ਮਨੁੱਖ ਪੈਦਾ ਹੋਇਆ। ਗੁਰੂ ਨਾਨਕ ਸਾਹਿਬ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ, ਮੈਂ ਤੇ ਇੱਕ ਵਾਰੀ ਵੀ ਤੇਰੇ ਤੋਂ ਸਦਕੇ ਹੋਣ ਜੋਗਾ ਨਹੀਂ। ਅਗਲਾ ਬਚਨ ਹੈ ਜੋ ਤੁਧ ਭਾਵੈ ਸਾਈ ਭਲੀਕਾਰ। ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀ ਕੰਮ ਕਰਦਾ। ਸੱਚੇ ਪਾਤਸ਼ਾਹ ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ। ਹੁਣ ਜਦੋਂ ਤੁਸੀਂ ਇਹ ਗੱਲ ਮੰਨ ਲਓਗੇ ਨਾ, ਫਿਰ ਜੀਵਨ ਦਾ ਆਨੰਦ ਬਣੇਗਾ। ਇੱਕ ਬਚਨ ਹੋਰ ਸਾਂਝਾ ਕਰਕੇ ਸਮਾਪਤੀ ਹੈ। ਮਹਾਰਾਜ ਕਹਿੰਦੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ। ਜਿਹਦੇ ਅੱਗੇ ਜ਼ੋਰ ਹੀ ਕੋਈ ਨਹੀਂ ਚੱਲਦਾ। ਬੰਦੇ ਉੱਤੇ ਤਾਂ ਮਨੁੱਖ ਜ਼ੋਰ ਲਾ ਲੇਗਾ ਮਾਇਆ ਕਰਕੇ, ਦਰਬਾਰ ਕਰਕੇ, ਕਿਸੇ ਸਰਕਾਰੀ ਮਹਿਕਮੇ ਕਰਕੇ, ਪਰ ਪ੍ਰਮਾਤਮਾ ਅੱਗੇ ਕੋਈ ਜ਼ੋਰ ਨਹੀਂ।
ਗੁਰੂ ਨਾਨਕ ਸਾਹਿਬ ਕਹਿੰਦੇ ਬੰਦਿਆ ਤੂੰ ਪ੍ਰਮਾਤਮਾ ਅੱਗੇ ਜੋ ਪ੍ਰਮਾਤਮਾ ਕਰਦਾ ਉਹਨੂੰ ਭਾਣਾ ਕਰਨ ਕੇ ਮੰਨ ਲੈ, ਇਹੀ ਤੇਰੇ ਜੀਵਨ ਵਾਸਤੇ ਠੀਕ ਹੈ। ਤੇ ਸਤਿਗੁਰੂ ਕਹਿੰਦੇ ਤੂੰ ਸਦਾ ਸਲਾਮਤ ਨਿਰੰਕਾਰ, ਹੈ ਨਿਰੰਕਾਲ ਅਕਾਲ ਪੁਰਖ ਜੀ ਤੂੰ ਸਦਾ ਹੀ ਅਟਲ ਹੈ। ਅਸੀਂ ਤੇ ਇੱਕ ਯੁੱਗ ਵਿੱਚ ਕੀ ਕਹੋ ਇੱਕ ਛੋਟੀ ਜਿਹੀ ਉਮਰ ਹੈ ਤੇ ਫਿਰ ਸੰਸਾਰ ਤੋਂ ਚਲੇ ਜਾਣਾ, ਪਰ ਤੂੰ ਸੰਸਾਰ ਵਿੱਚ ਸਦਾ ਹੀ ਰਹਿਣਾ। ਪਾਤਸ਼ਾਹ ਕਿਰਪਾ ਕਰ ਮੈਨੂੰ ਵੀ ਇਹ ਨਾਮ ਧਨ ਬਖਸ਼ਿਸ਼ ਕਰ, ਇਹ ਨਾਮ ਦੀ ਦਾਤ ਮੈਨੂੰ ਬਖਸ਼ਿਸ਼ ਕਰ। ਗੁਰੂ ਪਿਆਰਿਓ ਆਓ ਇਹਨਾਂ ਪੰਕਤੀਆਂ ਨੂੰ ਸਾਂਝੀ ਕਰਕੇ ਸਮਾਪਤੀ ਹੈ। ਵਾਰਿਆ ਨ ਜਾਵਾ ਏਕ ਵਾਰ, ਵਾਰਿਆ ਨ ਜਾਵਾ ਏਕ ਵਾਰ, ਵਾਹ ਵਾਰਿਆ ਨ ਜਾਵਾ ਏਕ ਵਾਰ, ਵਾਰਿਆ ਨ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀਕਾਰ, ਜੋ ਤੁਧ ਭਾਵੈ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਆਪ ਸਮੂਹ ਸੰਗਤਾਂ ਬਖਸ਼ਣ ਯੋਗ ਨੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ। ਆਉਣ ਵਾਲੇ ਦੀਵਾਨਾਂ ਵਿੱਚ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਕਥਾ ਦੀ ਦਾਤ, ਕਥਾ ਸੁਣਨ ਤੇ ਕਥਨ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਜਿਨ੍ਹਾਂ